ਦੇ ਨਾਂ ਤੋਂ ਟੋਟਨੇ ਆ। ਸੱਜਣੋ, ਮਿੱਤਰੋ ਤੇ ਬੇਲੀਓ ਤੇ ਸੰਗੀਓ, ਮੇਰਾ ਸਭਨਾਂ ਨੂੰ ਪ੍ਰੇਮ ਭਰਿਆ ਸਤਿ ਸ੍ਰੀ ਅਕਾਲ, ਸਲਾਮ ਅਲੈਕਮ ਔਰ ਨਮਸਕਾਰ। ਮੈਂ ਚੌਧਰੀ ਇਸਾਕ ਆਪਣਾ YouTube ਚੈਨਲ ਲੈ ਕੇ ਸਾਂਝਾ ਪੰਜਾਬ ਲੈ ਕੇ ਤੁਹਾਡੇ ਕੋਲ ਹਾਜ਼ਰ ਹਾਂ। ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰਾਂਗੇ ਉਹਦੇ ਵਿੱਚ ਇਹ ਵੇ ਕਿ ਜੁਮੇਰਾਤ ਵਾਲੇ ਦਿਨ ਅਮਾਨ ਮਜ਼ਾਰੀ ਔਰ ਉਹਦੇ ਹਸਬੈਂਡ ਜਿਹੜੇ ਨੇ ਅਲੀ ਆਦੀ ਚੱਠਾ ਸਾਹਿਬ, ਉਹਨਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚੋਂ ਜਿਹੜਾ ਉਹ ਹਾਈ ਕੋਰਟ ਬਾਰ ਦੇ ਸਦਰ ਵਾਜਦ ਅਲੀ ਗਿਲਾਨੀ ਔਰ ਮਨਜ਼ੂਰ ਜੱਜਾ ਸਾਹਿਬ ਜਿਹੜੇ ਸੈਕਟਰੀ ਜਨਰਲ ਨੇ ਆਪਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਇਸਲਾਮਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ, ਉਹ ਆਪਣਾ ਵੈਨ ਦੇ ਬਾਹਰ ਦੀ ਵੈਨ ਦੇ ਵਿੱਚ ਲੈ ਕੇ ਜਾ ਰਹੇ ਸਨ ਆਪਣਾ ਐਂਟੀ ਟੈਰਰਿਸਟ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰਨ ਵਾਸਤੇ, ਤਾਂ ਕਿ ਉੱਥੇ ਉਹਨਾਂ ਨੂੰ ਪੇਸ਼ ਕਰਕੇ ਤੇ ਜੋ ਵੀ ਆਇਆ ਉਹਨਾਂ ਜਾਣ ਲਈ ਜਾਣ। ਉਸ ਤੋਂ ਪਹਿਲੇ 2 ਦਿਨ ਪਹਿਲੇ ਉਹ 12 ਵਜੇ ਰਾਤ ਤੱਕ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਇਸ ਵਾਸਤੇ ਬੈਠੀਆਂ ਰਹੀਆਂ ਕਿ ਉਹਨਾਂ ਨੂੰ ਅਗਰ ਗ੍ਰਿਫਤਾਰ ਕਰਨਾ ਕੀਤਾ ਜਾਏ। ਉਹਨਾਂ ਨੂੰ ਇੱਕ ਕੇਸ ਵਿੱਚੋਂ ਬੇਲ ਉਹਨਾਂ ਦੀ ਹੁੰਦੀ ਸੀ ਤੇ 3 ਕੇਸ ਹੋਰ ਰਜਿਸਟਰਡ ਹੋ ਜਾਂਦੇ ਸਨ। ਲਿਹਾਜ਼ਾ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜੁਮੇਰਾਤ ਵਾਲੇ ਦਿਨ, ਉਸ ਦਿਨ ਬਾਰਿਸ਼ ਵੀ ਬੜੀ ਸੀ, ਬਦਲ ਸ਼ਦਲ ਵੀ ਸੀ, ਉਹ ਵੈਨ ਦੇ ਵਿੱਚ ਲੈ ਕੇ ਬਾਹਰ ਦੇ ਹੋਰ ਵੀ ਮੈਂਬਰ ਔਰ ਜਿਹਦੇ ਵਿੱਚ ਵਾਜਦ ਅਲੀ ਗਿਲਾਨੀ ਸਾਹਿਬ ਬਾਹਰ ਦੇ ਜਿਹੜੇ ਇਸਲਾਮਾਬਾਦ ਬਾਰ ਦੇ ਸਦਰ ਔਰ ਸੈਕਟਰੀ ਮਨਜ਼ੂਰ ਜੱਜਾ ਸਾਹਿਬ, ਉਹ ਲੈ ਕੇ ਜਾ ਰਹੇ ਸਨ। ਜਿਸ ਵੇਲੇ ਸਰੀਨਾ ਹੋਟਲ ਦੇ ਕੋਲ ਪਹੁੰਚੇ ਆਪਣੇ ਤੇ ਉੱਥੇ ਜਾ ਕੇ ਉਹਨਾਂ ਨੇ ਪੁਲਿਸ ਨੇ ਉਹਨਾਂ ਤੇ ਹਮਲਾ ਕਰਤਾ। ਬਲਕਿ ਇੱਕ ਰਾਤ ਪਹਿਲੇ ਪੁਲਿਸ ਇੰਤਜ਼ਾਮੀਆ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ, ਉਹਨਾਂ ਕਿਹਾ ਜੀ ਅਸੀਂ ਨਹੀਂ ਪਕੜਦੇ, ਮਗਰ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਔਰ ਉਹਨਾਂ ਦੇ ਤਸ਼ੱਦਦ ਵੀ ਕੀਤਾ ਗਿਆ, ਜਿਹਦੇ ਵਿੱਚ ਬਾਹਰ ਦੇ ਜਿਹੜੇ ਸਦਰ ਸਨ ਉਹ ਵੀ ਜ਼ਖਮੀ ਹੋਏ, ਉਹਨਾਂ ਦੀਆਂ ਉਂਗਲਾਂ ਜ਼ਖਮੀ ਹੋਈਆਂ ਔਰ ਜੱਜਾਂ ਨੂੰ ਵੀ ਕਾਫੀ ਉਹਨਾਂ ਤਸ਼ੱਦਦ ਦਾ ਨਿਸ਼ਾਨਾ ਬਣਾਇਆ। ਔਰ ਉਸ ਤੋਂ ਬਾਅਦ ਉਹਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਉਹਨਾਂ ਨੂੰ ਦਰਵਾਜ਼ਾ ਤੋੜ ਕੇ ਤੇ ਕੱਢ ਕੇ ਤੇ ਉੱਥੋਂ ਉਹਨਾਂ ਅਗਵਾ ਕਰ ਲਿਆ ਪੁਲਿਸ ਵਾਲਿਆਂ। ਮਕਸਦ ਇਹ ਹੈ ਕਿ ਉਹ 2 ਦਿਨ ਉੱਥੇ ਹਾਈ ਕੋਰਟ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਬੈਠੀਆਂ ਰਹੀਆਂ ਅਲੀ ਆਦੀ ਚੱਠਾ ਔਰ ਉਹਨਾਂ ਦੇ ਅਮਾਨ ਮਜ਼ਾਰੀ ਸਾਹਿਬਾ। ਮਗਰ ਇਹ ਲੱਗਦਾ ਹੈ ਕਿ ਇਹ ਜੱਜ ਜਿਹੜੇ ਨੇ, ਜੁਡੀਸ਼ਰੀ ਜਿਹੜੀ ਹੈ, ਇਹ ਵੀ ਫਾਰਮ 47 ਵਾਲਿਆਂ ਦੇ ਕਹਿਣ ਦੇ ਉੱਤੇ ਟੁਰ ਰਹੀ ਹੈ, ਕਿਉਂਕਿ ਜਿਵੇਂ ਕਿ ਪਹਿਲਾਂ ਡਰ ਸੀ ਕਿ ਇਹ 27ਵੀਂ ਤਰਮੀਮ ਜਿਹੜੀ ਹੈ ਇਹਦੇ ਵਿੱਚ ਜੁਡੀਸ਼ਰੀ ਜਿਹੜੀ ਐਗਜ਼ੈਕਟਿਵ ਦੇ ਅੰਡਰ ਹੋ ਗਈ ਜੀ, ਔਰ ਉਹ ਹੋ ਗਈ ਹੈ। ਸੁਪਰੀਮ ਕੋਰਟ ਤੋਂ ਲੈ ਕੇ ਤੇ ਹਾਈ ਕੋਰਟਾਂ ਤੱਕ ਔਰ ਲੋਅਰ ਜੁਡੀਸ਼ਰੀ ਤੱਕ ਇਹ ਸਾਰੇ ਅਸਰਾਤ ਹੋ ਰਹੇ ਨੇ। ਲਿਹਾਜ਼ਾ ਉਹਨਾਂ ਨਾਲ ਬੜਾ ਜ਼ੁਲਮ ਹੋਇਆ, ਉਹਨਾਂ ਨਾਲ ਬੜੀ ਜ਼ਿਆਦਤੀ ਹੋਈ ਹੈ। ਨਾ ਕੋਈ ਆਈਨ ਨਾ ਦਸਤੂਰ ਕੋਈ ਇਸ ਮੁਲਕ ਦੇ ਵਿੱਚ ਰਹਿ ਨਹੀਂ ਗਿਆ। ਲੋਕਾਂ ਨੂੰ ਇੱਥੇ ਅਗਵਾ ਕਰ ਲਿਆ ਜਾਂਦਾ ਹੈ, ਲੋਕਾਂ ਨੂੰ ਜਦੋਂ ਮਰਜ਼ੀ ਅਰੈਸਟ ਕਰ ਲਿਆ ਜਾਂਦਾ ਹੈ। ਜਿਹੜਾ ਹੁਕੂਮਤ ਤੇ ਤਨਕੀਦ ਕਰਦਾ ਹੈ ਜਾਂ ਉਹਨਾਂ ਦੇ ਜਿਹੜੇ ਬੁਰੇ ਕੰਮ ਨੇ, ਭੈੜੇ ਕੰਮ ਨੇ, ਉਹਨਾਂ ਦੇ ਉੱਤੇ ਉਹਨਾਂ ਤੋਂ ਰੋਕਦਾ ਹੈ ਜਾਂ ਤਨਕੀਦ ਕਰਦਾ ਹੈ, ਉਹਨਾਂ ਉੱਤੇ ਦਹਿਸ਼ਤਗਰਦੀ ਦੇ ਪਰਚੇ ਕੱਟੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਅੱਜ ਕੱਲ੍ਹ ਜੁਮੇ ਵਾਲੇ ਦਿਨ ਉਹਨਾਂ ਵਾਸਤੇ ਅਮਾਨ ਮਜ਼ਾਰੀ ਔਰ ਅਲੀ ਆਦੀ ਚੱਠਾ ਵਾਸਤੇ ਜਿਹੜਾ ਨਾ ਸਿਵਲ ਸੁਸਾਇਟੀ ਔਰ ਔਰਤ ਮਾਰਚ ਵਾਲਿਆਂ ਨੇ ਵਿਖਾੜਾ ਕੀਤਾ, ਯਾਨੀ ਕਿ ਪ੍ਰੋਟੈਸਟ ਕੀਤਾ ਪ੍ਰੈਸ ਕਲੱਬ ਦੇ ਬਾਹਰ। ਔਰ ਉੱਥੇ 40-50 ਲੋਕ ਉਹ ਸਨ ਔਰ 150 ਦੀ ਨਫਰੀ ਪੁਲਿਸ ਦੀ ਸੀ। ਲਿਹਾਜ਼ਾ ਜਿਹਦੇ ਵਿੱਚ ਬੀਬੀਆਂ ਵੀ ਸਨ। ਲਿਹਾਜ਼ਾ ਉਹ ਪੁਰਅਮਨ ਤਰੀਕੇ ਨਾਲ ਜਿਹੜਾ ਹੈ ਉਹਨਾਂ ਨੇ ਕੀਤਾ, ਆਪਣੀਆਂ ਤਕਰੀਰਾਂ ਕੀਤੀਆਂ, ਜਿਹਦੇ ਵਿੱਚ ਫਾਤਮਾ ਆਤਿਫ ਸਾਹਿਬਾ ਸਨ ਔਰਤ ਮਾਰਚ ਦੀ ਤਰਫੋਂ, ਔਰ ਆਪਣਾ ਉਹਦੇ ਵਿੱਚ ਮਨਾਜ਼ੇ ਜਹਾਂਗੀਰ ਸਾਹਿਬਾ ਸਨ ਜਿਹੜੀਆਂ ਆਸਮਾ ਜਗੀਰ ਦੀ ਬੇਟੀ ਨੇ, ਔਰ ਫਰਤੁੱਲਾ ਬਾਬਰ ਸਾਹਿਬ ਸਨ ਜਿਹੜੇ ਸੈਨੇਟਰ ਰਹੇ ਨੇ, ਔਰ ਜਿਹੜੇ ਹੋਰ ਬਹੁਤ ਸਾਰੇ ਸਿਵਲ ਸੁਸਾਇਟੀ ਦੇ ਲੋਕ ਜਿਹੜੇ ਉਹਦੇ ਵਿੱਚ ਸ਼ਾਮਲ ਸਨ। ਲਿਹਾਜ਼ਾ ਤੁਸੀਂ ਇਹ ਸਾਂਝਾ ਪੰਜਾਬ ਮੇਰਾ ਚੈਨਲ ਜਿਹੜਾ ਇਹ ਪੰਜਾਬੀ ਜ਼ਬਾਨ ਵਿੱਚ ਹੈ, ਮਾਂ ਬੋਲੀ 'ਚ, ਔਰ ਮੈਂ ਇਹਨਾਂ ਇਸ਼ੂ ਨੂੰ ਹੀ ਲੈ ਕੇ ਆਉਣਾ ਕਿ ਜਿਹਦੇ ਵਿੱਚ ਹਿਊਮਨ ਰਾਈਟ ਦਾ ਮਸਲਾ ਹੋਵੇ, ਵਾਇਲੇਸ਼ਨ ਹੋਵੇ ਜਾਂ ਆਵਾਮ ਨਾਲ ਜ਼ਿਆਦਤੀ ਹੋ ਰਹੀ ਹੋਵੇ। ਮਤਲਬ ਆਵਾਮ ਦੇ ਹਕੂਕ ਵਾਸਤੇ, ਆਵਾਮ ਦੇ ਹੱਕਾਂ ਵਾਸਤੇ ਇਹ ਮੇਰਾ ਚੈਨਲ ਹੈ। ਲਿਹਾਜ਼ਾ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ, ਇਹਦਾ ਟਲੀ ਦਾ ਬਟਨ ਵੀ ਦਬਾਉਣਾ ਹੈ ਔਰ ਉਹਨੂੰ ਲਾਈਕ ਵੀ ਕਰਨਾ है। रब रखा। और कानून का एहतराम करो, आइन और कानून का एहतराम करो, आइन और कानून का एहतराम करो, आइन और कानून का एहतराम करो, इंसानी हकूक का एहतराम करो।
ईमान और हादी को रिहा करो, रिहा करो, ईमान और हादी को रिहा करो, रिहा करो, ईमान और हादी को रिहा करो, रिहा करो। जुल्म के ज़ाब्ते हम नहीं मानते, जुल्म के ज़ाब्ते हम नहीं मानते। लाठी गोली की सरकार नहीं चलेगी, नहीं चलेगी, लाठी गोली की सरकार नहीं चलेगी, नहीं चलेगी, लाठी गोली की सरकार नहीं चलेगी, नहीं चलेगी। जुल्म के ज़ाब्ते हम नहीं मानते, जुल्म के ज़ाब्ते हम नहीं मानते। मुनीसा बात तेज हो भाई, तेज हो। ये जो राफिया हम पाकिस्तान कहते हैं, किसी आइन के तहत चलता है। और आइन क्या है? एक मुतफ़क्का दस्तावेज़ है जो शहरियों की और मुमलिकत के दरमियान है, शहरियों और मुमलिकत के दरमियान। इस माहदे को, इस ट्रस्ट को जो ब्रीच करता है, उस जोग्राफिया में रहने वाले ज़मीन ज़ात लोगों का के साथ नाइंसाफ़ी करता है। हम कोई खिला से टपके हुए लोग नहीं हैं, हम इसी ज़मीन से उगे हुए लोग हैं। इस ज़मीन से हमारा ताल्लुक़ है। इस ज़मीन पर अगर कोई कंसेंसस डॉक्यूमेंट आइन की शक्ल में मौजूद है तो बिला तखसीस सबको उसकी पासदारी करनी हो, चाहे वो किसी भी पोजीशन ऑफ पावर पे है, किसी भी हुकूमत, स्टेट या नॉन स्टेट, जिस तरह का भी है, उसको पासदारी करनी हो। ये ऐसा नहीं हो सकता कि आप दूसरों को कहें कि आप आइन और कानून की पासदारी करें, लेकिन आप खुद ये काम ना करते, खुद ये काम ना करते। सो हमने ये जो मैराथन देखी, एक केस था उसमें डिटेक्टिव फेल हुई, फिर एक और केस जिसके बारे में मालूमात ही नहीं थी वो सरफेस के ऊपर आ जाता है। इसमें बिल्कुल मैलिफाइड इंटेंट यानी बुरी नीयत बिल्कुल इस्टेब्लिश हो जाती है। हम कोई गैर कानूनी मुतालबा, गैर आइनी मुतालबा करने के लिए यहाँ इकट्ठा नहीं हुए। हम आइन और कानून के मुताबिक चाहते हैं कि ईमान मज़ारी और हादी अली चिट्ठा के पर जो मुकदमात हैं या जो FIR हैं उनको देखा जाए और ऐसा मानते जुल्म के ये ज़ाब्ते ईमान और हादी को रिहा करो, रिहा करो, ईमान और हादी को रिहा करो, रिहा करो। जबरी को मुश्तिया नामंजूर, जबरी को मुश्तिया नामंजूर, नामंजूर, खुद इस्तिस्ना अवाम पर जुल्म नामंजूर, नामंजूर, खुद इस्तिस्ना अवाम पर जुल्म नामंजूर, नामंजूर, खुद इस्तिस्ना अवाम पर जुल्म नामंजूर, नामंजूर। बहुत शुक्रिया। जैसे कि मेरे से पहले मुकर्रिर ने ये बताया कि हम किसी एक चीज़ के लिए यहाँ नहीं खड़े हुए, हम ईमान और हादी के लिए तो यहाँ खड़े हुए हैं कि उनकी आज़ादी के लिए, मगर हम इस वक्त सिविल सोसाइटी, इवन पुलिस वाले, इवन आर्मी वाले, इन सब की आज़ादी के लिए भी यहाँ खड़े हुए हैं। क्योंकि जिस मुल्क में इंसानी हुकूक ख़त्म हो जाए उसको तबाही से और डिटेरियोरेशन से कोई नहीं रोक सकता। और ईमान और हादी का कसूर सिर्फ यही था कि वो इंसानी हुकूक के मुकदमात लड़ते थे, बिलखुसूस मिसिंग पर्सनस के मुकदमात, कि जिनको कि उनके अपने रिश्तेदारों ने छोड़ दिया है, इन्होंने उनका सहारा बने थे। कि हमने देखा और आप सब ने देखा कि एक मेला फाइट सीरीज़ है जो ख़त्म होने का नाम नहीं ले रही। 2 साल पुरानी, 4 साल पुरानी ट्वीट से ये शुरू किया गया और अब हर रोज़ एक नई FIR सामने आ जाती है। तो ये वाले सारे हथकंडे पुराने हैं, हमारे देखे बाले हैं। हमको बहैसियत सिविल सोसाइटी इसमें अपना किरदार अदा करना होगा। और जैसे फातिमा ने कहा कि चाहे हम एक ही औरत को क्यों ना खड़ी हो, एक ही मर्द क्यों ना खड़ा हो, खड़ा ज़रूर हो और एहतजाज अपना रिकॉर्ड करवाए कि हम ये जुल्म के ज़ाब्ते मंजूर नहीं करते, हम ये लाठी गोली की सरकार को कबूल नहीं करते। तो इंशाल्लाह मुझे यकीन है कि पाकिस्तान में एक नई सुबह ज़रूर तलू होगी। सिर्फ ये कि हम लोगों ने डट कर, जिस तरह हादी और ईमान डट गए हैं हक के ऊपर, इसी तरह हमको भी हक के ऊपर डटना होगा।
اور اس میں صحافی برادری ہمارے شانہ بشانہ ہے. آپ کے حقوق کے بھی پامال کیے جا رہے ہیں, وکلاء کے حقوق پامال کیے جا رہے ہیں, یونینز کے حقوق, اسٹوڈنٹس کے حقوق, اساتذہ کے حقوق, ایون ججز کے حقوق پامال ہو رہے ہیں اس ملک میں. آپ سے ڈائیلاگ کرنے کے لیے بھی تیار نہیں. کیا آپ یہ چاہتے ہیں کہ یہاں پہ جو مظلوم طبقہ ہے وہ اپنی بات بھی آپ سے نہ کر سکے؟ آپ کس قسم کی ریاست بنانا چاہتے ہیں؟ کیا ہم اس ملک کے شہری نہیں ہیں؟ کیا آزادی اظہار رائے ہمارا حق نہیں ہے؟ کیا اپنی بات کرنا یہاں پہ حق نہیں ہے؟ کیا جبری گمشدگیوں کے خلاف بات کرنا ہمارا حق نہیں ہے؟ اگر ہمارا حق نہیں ہے تو پھر مجھے بتائیں کہ کس قانون کے تحت اور آئین کے تحت آپ پارلیمنٹ کے اندر بیٹھے ہوئے ہیں؟ یہاں پہ میں یہ کہنا چاہتی ہوں کہ چاہے وہ ایمان اور ہادی ہو, ہم صرف ایمان اور ہادی کے لیے یہاں پہ نہیں کھڑے, ہم آزادی اظہار رائے کے لیے یہاں پہ کھڑے. ہم سمجھتے ہیں ہر شہری کو آزادی اظہار رائے ہونا چاہیے. یہاں پہ ہم علی وزیر کے لیے بھی کھڑے ہیں, ہم مارنگ بلوچ کے لیے بھی کھڑے ہیں, ہم ان تمام لوگوں کے لیے کھڑے ہیں, صحافیوں کے لیے کھڑے ہیں جن کو آپ ابھی اس وقت آپ نے زدہ کوب کیا ہوا ہے اور اپنی آواز بلند کرنے کے لیے, تقریریں کرنے کے لیے یا آپ کے اوپر تنقید کرنے کے لیے آپ نے جیل میں رکھا ہوا ہے. ہم آپ سے ڈیمانڈ کرتے ہیں کہ آپ آئین کی پاسداری کریں, اپنے جو قانون بنائے ہیں, بین الاقوامی قانون بنائے ہیں, ان کی پاسداری کریں, شہریوں کے حق کو تسلیم کریں اور فی الفور ایمان اور ہادی کو بے بنیاد مقدمے ان پہ واپس لیں اور ان کو رہا کریں. جی آپ دیکھ رہے ہیں کہ آج یہاں پہ پھر ہم جمع ہیں ناانصافی کے خلاف, ظلم کے خلاف. گزشتہ جو چیزیں ہو رہی تھی آپ سب کو پتہ ہے, جو امینڈمنٹس ہوئے 26 اور 27 امینڈمنٹس جو پیکا ایکٹ متعارف ہوا, یہ سب اس کا نتیجہ ہے. اور آئین اور قانون کو نظر انداز کر کے جس طریقے سے شہریوں کے حقوق کو سلب کیا جا رہا ہے, شہریوں کے حقوق کی پاسداری نہیں ہو رہی, آئین کے خلاف جا کر یہ گرفتاریاں جو ہو رہی ہے, اور جو مغلوب طبقہ ہے ہمیں پتہ ہے کہ وہ کون ہے, ان کے کہنے پہ جو فیک کیسز درج ہوتے ہیں, فیک FIR درج ہوتے ہیں, اور جو یہ غیر قانونی گرفتاریاں ہو رہی ہیں, ہم سب یہاں پر اس کے خلاف اپنا پروٹیسٹ رجسٹر کرتے ہیں. اور ہمارا یہ مطالبہ ہے کہ نہ صرف ایمان مزاری اور ہادی علی چٹا بلکہ ایسے تمام افراد جن کے ساتھ ظلم اور ناانصافی ہو رہی ہے, جن کو غیر قانونی طریقوں سے جیلوں میں بند کیا گیا ہے اور جن کی آزادی اظہار رائے کو ان کے خلاف استعمال کر کے ان کو جیلوں میں ڈالا گیا ہے, ان سب کو رہا کیا جائے. ہمارے لیے یہ فخر کی بات ہے کہ ہم اگر کچھ لوگ بھی یہاں پہ جمع ہیں اور حق کی بات کر رہے ہیں, ہمیں ہماری آوازوں کو جتنا مضبوط ہونا چاہیے اتنا مضبوط ہے. جب تک یہاں پر میں ہمیشہ کہتی ہوں کہ ایک بندہ بھی یا ایک بیوی بھی یہاں پہ, ایک انسان بھی یہاں پہ کھڑا ہوگا, حق کی بات کرے گا, تو وہ ہمارے لیے کامیابی ہے. موجودہ سچویشن میں آپ دیکھ رہے ہیں کہ جو ایک آنکھ مچولی کھیلا گیا, جو قانونی حربے آزمائے گئے, کیا حق کی بات کرنا آپ کے خیال یہ جی خلا ہو گیا, مزاحمت زندہ ہے, کوڑے بھی کھا کر زندہ ہے, جیلوں میں بھی جا کر زندہ ہے, زندہ ہے مزاحمت, زندہ ہے. آزادی اظہار رائے کو احترام کرو, آزادی اظہار رائے کا احترام کرو, آزادی اظہار رائے کا احترام کرو, آزادی اظہار رائے کا احترام کرو. زندہ ہے مزاحمت, زندہ ہے, کوڑے بھی کھا کر زندہ ہے, لاٹھی بھی کھا کر زندہ ہے, جیلوں میں جا کر زندہ ہے, زندہ ہے مزاحمت, زندہ ہے, زندہ ہے مزاحمت, زندہ ہے. آزادی اظہار رائے کا احترام کرو, آزادی اظہار رائے کا احترام کرو. گرتی ہوئی دیواروں کو ایک دھکا اور دو, گرتی ہوئی دیواروں کو ایک
चलेगी। ईमान और हादी पर बेबुनियाद मुकदमात खत्म करो। ईमान और हादी पर बेबुनियाद मुकदमात खत्म करो, खत्म करो, बेबुनियाद मुकदमात खत्म करो, खत्म करो, इलीगल मुकदमात खत्म करो, खत्म करो, इलीगल मुकदमात खत्म करो, खत्म करो। ईमान और हादी को रिहा करो, रिहा करो, 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 शाम से पहले रिहा करो, रिहा करो, पहले रिहा करो, शाम से पहले रिहा करो। ईमान और हादी को रिहा करो, ईमान और हादी को रिहा करो, रिहा करो, ईमान और हादी को रिहा करो, रिहा करो। आज़ादी इज़हार का एहतराम करो, एहतराम करो, आज़ादी इज़हार का एहतराम करो, एहतराम करो। क्योंकि हमारा काम तो इसके बगैर नहीं चलता। उसके लिए भी लगा दे, अभी वजीर की तबीयत बहुत खराब है। जुल्म के ये ज़ाब्ते हम नहीं मानते, जुल्म के ये ज़ाब्ते हम नहीं मानते, रियासत के ये ज़ाब्ते हम नहीं मानते। ईमान और हादी को रिहा करो, रिहा करो, ईमान और हादी को रिहा करो, रिहा करो, एक रियासत दो दस्तूर ना मंजूर, ना मंजूर, एक रियासत दो दस्तूर ना मंजूर, ना मंजूर। है हक हमारा। ये अरेस्ट हुए हैं, ये कोर्ट को लापता नहीं हुए, ये किसी कोर्ट में पेश होंगे, इनको रगड़ा ज़रूर दिया जाएगा और बिल्कुल बिला वजह बग़ैर किसी जवाज़ के सिर्फ़ और सिर्फ उनको उनकी जैसे हम यहाँ पर बता रहे हैं उनकी सरगर्मियों उनकी जो पूरी एक्टिविज़म है और जिस तरह से वो ख़ास तौर पे बलोच कौम के साथ खड़े रहे उसकी सज़ा दी जा रही है। लेकिन हमें कम से कम ये तसल्ली है कि कहीं ना कहीं उनको पेश किया जाएगा। ये हमें भी याद रहना चाहिए कि हज़ारों बल्कि अनगिनत, हमें वो तादाद भी नहीं मालूम कि कितने ऐसे सियासी कैदी हैं जो कि कहाँ कहाँ जेलों के अंदर, जेलों के बाहर, सेफ हाउसेस में कहाँ कहाँ पड़े हैं। ये भी हमें मालूम है कि ऐसे बहुत सारे अफराद, नौजवान, बूढ़े, औरतें, बच्चों समेत, वो तो कोर्ट में पेश होना तो दूर की बात है, उनकी तो हमें बाद में सिर्फ लाशें मिली। तो ये इस मुल्क का हाल है कि जिसके अंदर बोलना, सच बोलना तो बहुत बड़ा जुर्म है, लेकिन बस अपने दुख का इजहार करना ही बहुत बड़ा जुर्म है। और ये जो हरबे हैं, हम पिछले अरसे में यहाँ पे बहुत सारे दोस्तों ने कानून और आइन की बात की, ये अब और भी ज़्यादा नंगे अंदाज में वाज़े होता चला जा रहा है कि जिसको हम कानून कहते हैं वो महज उन हुक्मरानों की हरकतों को जवाज़ फराहम करने का एक बहाना बन चुका है। इसके अंदर से कोई उसूल, कोई ज़ाब्ता, कोई शहरियों को कुछ देने का, कोई हमारे हकूक़ का जो तसव्वुर अगर किसी के लिए था, गरीब के लिए, मेहनत कशों के लिए, मजलूमों के लिए, तो कभी ये खुशफहमी नहीं थी। लेकिन अब ये भी ज़ाहिर हो रहा है कि ये जो आग और ये जो लाठी अरसे दराज से मजलूमों पे चलती आई है, अब ये खाते पीते लोगों पर भी चलेगी अगर वो मजलूमों के साथ खड़े होंगे। ये ख़ास तौर पे ये खौफ की फ़िज़ा इतनी ज़्यादा क्यों बढ़ाई जा रही है, ये भी हम देखें कि इस वक्त हमारी सरकार की तरजीहात क्या हैं। से हुई है कि जो टीका का कानून है ये तो दर हकीकत इसलिए बना था कि हेट स्पीच का तदारक किया जाए और जो दूसरे इस तरह के जो मजहबी मुनाफरत फैलाते हैं उनका तदारक किया जाए। लेकिन बदकिस्मती से टीका के कानून को वेपनाइज किया गया है और वेपनाइज करके उनको उन लोगों के ख़िलाफ़ इस्तेमाल किया गया है और इस्तेमाल हो रहा है जो जमहूरियत की और बुनियादी इंसानी हुकूक़ की और बिलखुसूस लापता अफराद की आवाज़ उठाते हैं। तो मैं आज के दिन आप सबकी आवाज़ में अपनी आवाज़ मिलाता हूँ और हुकूमत से दरख्वास्त करता हूँ, तमाम जो मुताल्लिक़ा इदारे हैं उनसे दरख्वास्त करता हूँ कि ये जो
रिप्रेशन का माहौल है, इसको ढीला कर दे। कभी भी याद रखें कि रिप्रेशन के साथ मसाइल हल नहीं होते। तो मेरी गुजारिश यही है कि ईमान मजारी और छट्टा साहब को फिलफोर रिहा किया जाए और टीका के कानून का जो बदस्तूर वेपनाइज किया जा रहा है इसको वेपनाइज न किया जाए, बल्कि टीका के कानून में वो तरामीम की जाए जिसका हुक्म इस्लामाबाद हाई कोर्ट ने कुछ अर्सा पहले दिया था। एक दफ़ा फिर मैं आप सबका शुक्रिया अदा करता हूँ, कॉम्प्लीमेंट करता हूँ कि आपने आज ये आवाज़ उठाई है।